ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮਸ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ। ਦੋਸਤੋ ਰਿਜ਼ਲਟਸ ਕੁਝ ਕੁ ਤੁਹਾਡੇ ਨਾਲ ਡਿਸਕਸ ਕਰਨੇ ਆ। ਜ਼ਿਆਦਾਤਰ ਜਦੋਂ ਪਾਸਪੋਰਟ ਮੇਰੇ ਕੋਲੇ ਸਟੈਂਪ ਹੋ ਕੇ ਆਉਂਦੇ ਆ ਤਾਂ ਉਦੋਂ ਸਿਰਫ ਤੇ ਸਿਰਫ ਮੈਂ ਵੀਜ਼ਾਜ਼ ਹੀ ਸ਼ੇਅਰ ਕਰਦਾ ਹੁੰਦਾ ਕਿ ਕਿੰਨੀ ਤਰੀਕ ਤੱਕ ਲੱਗੇ ਨੇ ਤੇ ਕਿਹੜੇ ਵੀਜ਼ਾ ਸਟੈਂਪ ਹੋਏ ਨੇ। ਤੇ ਜਦੋਂ ਸਰੋਤੇ ਜਿਹੜੇ ਸੁਣਨ ਵਾਲੇ ਨੇ ਉਹ ਅਕਸਰ ਹੀ ਮੈਸੇਜ ਕਰਦੇ ਨੇ ਥੱਲੇ ਜਾਂ ਕਮੈਂਟਸ ਦੇ ਵਿੱਚ ਲਿਖਦੇ ਨੇ ਕਿ ਸਰ ਲੌਜਮੈਂਟ ਡੇਟ ਜ਼ਰੂਰ ਸ਼ੇਅਰ ਕਰ ਦਿਆ ਕਰੋ। ਤੇ ਮੇਰੀ ਫਿਰ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਮੈਨੂੰ PPRs ਆਉਂਦੀਆਂ ਨੇ ਨਾ ਦੋਸਤੋ ਜਾਂ ਮੈਡੀਕਲ ਆਉਂਦੇ ਨੇ ਉਦੋਂ ਫਿਰ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ। ਉਹਦੇ ਵਿੱਚ ਫਿਰ ਮੈਂ ਤੁਹਾਨੂੰ ਐਗਜ਼ੈਕਟ ਡੇਟ ਲੌਜਮੈਂਟ ਡੇਟ ਤੋਂ ਲੈ ਕੇ ਕਿੰਨੀ ਤਰੀਕ ਨੂੰ PPR ਆਈ, ਕਿੰਨੀ ਤਰੀਕ ਨੂੰ ਮੈਡੀਕਲ ਆਏ, ਕਿੰਨੇ ਟਾਈਮ ਦੇ ਵਿੱਚ ਆਪਣਾ ਇਹ ਕੇਸ ਨਿਕਲ ਕੇ ਆਇਆ, ਰਿਫਿਊਜ਼ਲਸ ਤਾਂ ਨਹੀਂ ਸੀ ਪਹਿਲਾਂ, ਉਹ ਸਾਰੀਆਂ ਚੀਜ਼ਾਂ ਇਨ ਡਿਟੇਲ ਡਿਸਕਸ ਹੋ ਜਾਂਦੀਆਂ ਨੇ। ਬਟ ਜਦੋਂ ਬਾਅਦ ਤੋਂ ਸਟੈਂਪਿੰਗ ਹੋ ਕੇ ਪਾਸਪੋਰਟ ਮੇਰੇ ਕੋਲ ਆ ਜਾਂਦਾ ਤਾਂ ਮੈਂ ਤੁਹਾਡੇ ਨਾਲ ਸਿਰਫ ਤੇ ਸਿਰਫ ਉਹ ਪਾਸਪੋਰਟ ਸ਼ੇਅਰ ਕਰ ਲੈਣਾ। ਐਕਸਪਲੇਨੇਸ਼ਨ ਦੇਣ ਦੇ ਲਈ ਮੈਂ ਹਮੇਸ਼ਾ ਹੀ ਉਦੋਂ ਲਾਈਵ ਹੁੰਦਾ ਹੁੰਦਾ ਜਦੋਂ ਮੇਰੇ ਕੋਲੇ ਕਾਫੀ ਤਾਦਾਦ ਦੇ ਵਿੱਚ ਮੈਡੀਕਲਸ ਜਾਂ PPRs ਆ ਜਾਂਦੀਆਂ ਨੇ। ਸੋ ਦੋਸਤੋ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਕੈਨੇਡਾ ਦਾ ਜਿਹੜਾ ਕੰਮ ਦੀ ਸਪੀਡ ਆ, ਕੈਨੇਡਾ ਦੇ ਕੰਮ ਦੀ ਸਪੀਡ ਆ, ਉਹ ਪਿਛਲੇ ਵੀਕ ਨਾਲੋਂ, ਜੇ ਮੈਂ ਅੱਜ ਦੀ ਗੱਲ ਕਰਾਂ ਪਿਛਲੇ ਵੀਕ ਨਾਲੋਂ, ਪਿਛਲੇ ਹਫਤੇ ਨਾਲੋਂ ਅੱਜ 2 ਟਾਈਮਸ ਹੋ ਚੁੱਕੀ ਆ, ਯਾਨੀ ਕਿ ਦੁੱਗਣੀ ਹੋ ਚੁੱਕੀ ਆ। ਦੋਸਤੋ, ਇੱਕ ਦਿਨ ਦੇ ਵਿੱਚ ਅੱਜ ਮੈਨੂੰ ਕੱਲੇ ਓਪਨ ਵਰਕ ਪਰਮਿਟ ਦੇ 34 ਮੈਡੀਕਲ ਰਿਸੀਵ ਹੋਏ ਨੇ। ਮਤਲਬ ਕਿ ਹਲੇ ਹੋਰ ਵੀ ਆ ਰਹੇ ਸੀ ਜਿਨ੍ਹਾਂ ਦੇ ਪ੍ਰਿੰਟ ਆਊਟਸ ਨਹੀਂ ਨਿਕਲ ਸਕੇ ਕਿਉਂਕਿ 6 ਵਜੇ ਆਫਿਸ ਦੇ ਜਿਹੜਾ ਸਾਡਾ ਮੇਜਰ ਸਟਾਫ ਉਹ ਸਾਰਾ ਚਲਿਆ ਜਾਂਦਾ ਘਰੇ। ਉਹ ਕੱਲ ਨੂੰ ਪ੍ਰਿੰਟ ਆਊਟਸ ਨਿਕਲਣਗੇ। ਜਿੰਨੇ ਕੁ ਪ੍ਰਿੰਟ ਆਊਟ ਨਿਕਲੇ ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਕਿ ਮੈਨੂੰ ਇਹਨਾਂ ਦੀ ਇਨਫੋਰਮੇਸ਼ਨ ਮੇਰੇ ਤੱਕ ਜਦੋਂ ਇਹ ਪਹੁੰਚਾਉਂਦੇ ਨੇ ਪ੍ਰਿੰਟ ਆਊਟਸ ਕੱਢ ਕੇ ਤਾਂ ਮੈਨੂੰ ਨਾਲ ਪ੍ਰੋਪਰ ਇੱਕ ਸ਼ੀਟ ਬਣਾ ਕੇ ਦਿੰਦੇ ਨੇ ਜਿਹਦੇ ਵਿੱਚ ਉਹ ਦੱਸਦੇ ਨੇ ਕਿ ਸਾਰਾ ਲੌਜਮੈਂਟ ਡੇਟਸ ਨੇ ਇਹਨਾਂ ਦੀਆਂ, ਕਦੋਂ ਇਹ ਫਾਈਲ ਆਪਾਂ ਲੌਂਚ ਕੀਤੀ ਸੀ ਤੇ ਕਦੋਂ ਆਪਣੇ ਕੋਲ ਇਹਨਾਂ ਦਾ ਮੈਡੀਕਲ ਆਇਆ। ਦੋਸਤੋ, 57 ਮੈਡੀਕਲ ਪਿਛਲੇ 3-4 ਦਿਨਾਂ ਦੇ ਵਿੱਚ ਸਾਡੀ ਕੰਪਨੀ ਨੂੰ ਰਿਸੀਵ ਹੋਏ ਨੇ, ਜਿਹਦੇ ਵਿੱਚੋਂ 35 ਮੈਡੀਕਲ ਸਿਰਫ ਅੱਜ ਦੇ ਨੇ। ਪਿਛਲੇ 3-4 ਦਿਨਾਂ ਦੇ ਸਾਰੇ ਮਿਲਾ ਕੇ ਛੁੱਟੀਆਂ ਛੱਡ ਦਿਓ, ਸੈਟਰਡੇ ਸੰਡੇ ਨੂੰ ਕੱਢ ਦਿਓ ਵਿੱਚੋਂ। ਮੰਡੇ ਦਾ 15 ਅਗਸਤ ਦੀ ਆਫਿਸ ਦੇ ਵਿੱਚ ਨਹੀਂ ਆਏ ਤੁਸੀਂ। ਪਿਛਲੇ ਵੀਕ ਤੋਂ ਫਰਾਈਡੇ ਤੇ ਥਰਸਡੇ ਤੱਕ ਦੇ ਜਿਹੜੇ ਸੀਗੇ ਮਿਲਾ ਕੇ ਜਿੰਨੇ ਓਨੇ ਮੈਡੀਕਲ ਆਏ ਹੋਣਗੇ ਸਾਰੇ ਦਿਨਾਂ ਦੇ 3-4 ਦਿਨਾਂ ਦੇ, ਜਿੰਨੇ ਅੱਜ ਇੱਕ ਦਿਨ 'ਚ ਆਏ ਨੇ। ਸੋ ਦੁੱਗਣੀ ਤਿੱਗਣੀ ਸਪੀਡ ਹਾਈ ਕਮਿਸ਼ਨ ਨੇ ਕਰਤੀ, ਖਾਸ ਕਰਕੇ ਸਟੂਡੈਂਟ ਦੀਆਂ ਕੱਲ 8 ਅਪਰੂਵਲ ਆਈਆਂ ਨੇ, ਅੱਜ 4 ਅਪਰੂਵਲ ਆਈਆਂ ਨੇ। ਉਹ ਵੀ ਤੁਹਾਡੇ ਨਾਲ ਇਨ ਡਿਟੇਲ ਡਿਸਕਸ ਕਰੂੰਗਾ। ਦੋਸਤੋ, ਪਹਿਲਾਂ ਮੈਂ ਤੁਹਾਨੂੰ ਮੈਡੀਕਲ ਵਾਲਿਆਂ ਦੀ ਲੌਜਮੈਂਟ ਡੇਟ ਦੱਸ ਦਿੰਦਾ। ਅਮਨਦੀਪ ਸਿੰਘ ਦਾ ਅੱਜ ਮੈਡੀਕਲ ਆਇਆ ਜੀ। 12 ਜਨਵਰੀ 2022 ਨੂੰ ਇਹਨਾਂ ਦੀ ਫਾਈਲ ਲੌਂਚ ਹੋਈ ਸੀ। ਇੰਦਰਜੀਤ ਸਿੰਘ ਦਾ ਮੈਡੀਕਲ ਆਇਆ ਜੀ 11 ਸਤੰਬਰ 2020 ਨੂੰ ਇਹਨਾਂ ਦੀ ਫਾਈਲ ਲੌਂਚ ਹੋਈ ਸੀ। ਸ਼ਮਸ਼ੇਰ ਸਿੰਘ ਦਾ ਮੈਡੀਕਲ ਆਇਆ ਜੀ 9 ਫਰਵਰੀ 2022 ਨੂੰ ਫਾਈਲ ਲੌਂਚ ਹੋਈ ਸੀ। ਪ੍ਰਦੀਪ ਸਿੰਘ ਦਾ ਮੈਡੀਕਲ ਆਇਆ ਜੀ 13 ਮਾਰਚ 2021 ਨੂੰ ਫਾਈਲ ਲੌਂਚ ਹੋਈ ਸੀ। ਭਰਪੂਰ ਸਿੰਘ ਦਾ ਮੈਡੀਕਲ ਆਇਆ 14 ਮਾਰਚ 2022 ਨੂੰ ਫਾਈਲ ਲੌਂਚ ਹੋਈ ਸੀ। ਪ੍ਰਭ ਸ਼ਰਨ ਸਿੰਘ ਦਾ 23 ਫਰਵਰੀ 21 ਨੂੰ ਫਾਈਲ ਲੌਂਚ ਹੋਈ ਸੀ। ਉਸ ਤੋਂ ਬਾਅਦ ਹਰਪ੍ਰੀਤ ਸਿੰਘ ਦੀ 12 ਅਪ੍ਰੈਲ 2022 ਨੂੰ ਫਾਈਲ ਲੌਂਚ ਹੋਈ ਸੀ। ਦੋਸਤੋ, ਗਗਨਦੀਪ ਸਿੰਘ ਦੀ 13 ਜੂਨ 2022 ਨੂੰ ਫਾਈਲ ਲੌਂਚ ਹੋਈ ਸੀ। ਜਿਹੜੇ ਮੈਕਸਿਮਮ ਇਹਦੇ ਵਿੱਚ ਮੈਡੀਕਲ ਨੇ ਨਾ ਦੋਸਤੋ, ਉਹ ਜੂਨ ਮਹੀਨੇ ਵਾਲੇ ਨੇ। ਅਪ੍ਰੈਲ, ਮਾਰਚ ਤੇ ਜੂਨ ਦੇ ਸਭ ਤੋਂ ਵੱਧ ਨੇ। ਜਿਹੜੇ ਜੂਨ 2022 ਨੂੰ ਜਿਨ੍ਹਾਂ ਦੀਆਂ ਫਾਈਲ ਲੌਂਚ ਹੋਈਆਂ ਸੀ ਉਹਨਾਂ ਦੇ ਸਭ ਤੋਂ ਵੱਧ ਮੈਡੀਕਲ ਅੱਜ ਮੇਰੇ ਕੋਲੇ ਆਏ ਨੇ। ਐਂਡ ਜਿਨ੍ਹਾਂ ਵਿੱਚੋਂ ਜੇ ਮੈਂ ਜੂਨ ਵਾਲਿਆਂ ਦੀ ਗੱਲ ਕਰਾਂ, ਤਰਲੋਚਨ ਸਿੰਘ ਦਾ 9 ਜੂਨ ਨੂੰ ਫਾਈਲ ਲੱਗੀ ਸੀ 2022 ਨੂੰ। ਹਰਵਿੰਦਰ ਸਿੰਘ ਦੀ 8 ਜੂਨ 2022 ਨੂੰ ਫਾਈਲ ਲੱਗੀ ਸੀ। ਸੰਦੀਪ ਸਿੰਘ ਦੀ 4 ਜੂਨ 2022 ਨੂੰ ਫਾਈਲ ਲੱਗੀ ਸੀ। ਹਰਕਮਲਪ੍ਰੀਤ ਸਿੰਘ ਦੀ 20 ਜੂਨ 2022 ਨੂੰ ਲੱਗੀ ਸੀ। ਸੋ ਦੋਸਤੋ, ਇਹ 57 ਮੈਡੀਕਲ ਜੇ ਮੈਂ ਸਾਰੇ ਤੁਹਾਨੂੰ ਦਿਖਾਉਣ ਲੱਗ ਜਾਂਦਾ ਚਲੋ ਬਹੁਤ ਸਮਾਂ ਲੱਗ ਜੂਗਾ। ਇਹ 57 ਮੈਡੀਕਲ ਪਿਛਲੇ 4-5 ਵਰਕਿੰਗ ਡੇਜ਼ ਦੀ ਰਿਪੋਰਟ ਆ। 57 ਦੇ ਵਿੱਚੋਂ 35 ਮੈਡੀਕਲ ਸਿਰਫ ਅੱਜ ਦੇ ਨੇ। ਇੱਕ ਦਿਨ ਦੇ ਵਿੱਚ 35 ਮੈਡੀਕਲ ਰਿਸੀਵ ਹੋਏ ਨੇ। ਬਾਕੀ ਕੱਲ ਦੇ ਰੁਝਾਨ ਦੇਖਾਂਗੇ ਕੀ ਆਉਂਦੇ ਨੇ। ਪਰ ਮੈਨੂੰ ਇਹ ਲੱਗਦਾ ਕਿ ਓਪਨ ਵਰਕ ਪਰਮਿਟ ਤੇ ਸਟੂਡੈਂਟ ਵੀਜ਼ਾ ਦੀ ਕੈਨੇਡਾ ਦੀ ਜਿਹੜੀ ਸਪੀਡ ਹੈ ਨਾ ਉਹ 2 ਟਾਈਮਸ ਹੋ ਜੂਗੀ। ਇੱਕੋ ਦਮ ਹੀ ਹਾਈ ਕਮਿਸ਼ਨ ਦਾ ਜਿਹੜਾ ਫੋਕਸ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਿਪਟਾਉਣ ਦੇ ਉੱਤੇ ਆ ਗਿਆ। ਹੁਣ ਆਪਾਂ ਗੱਲ ਕਰੀਏ ਦੋਸਤੋ PPRs ਦੀ, ਜਿਨ੍ਹਾਂ ਦੇ ਪਾਸਪੋਰਟ ਹਾਈ ਕਮਿਸ਼ਨ ਨੇ ਮੰਗੇ ਨੇ ਓਪਨ ਵਰਕ ਪਰਮਿਟ ਦੇ ਨੇ। ਇਹ ਦੋਸਤੋ ਤਕਰੀਬਨ 8 ਅਗਸਤ ਤੋਂ ਲੈ ਕੇ ਹੁਣ ਤੱਕ ਦੇ ਰਿਜ਼ਲਟ ਨੇ।
50 PPRs ਮੈਨੂੰ ਪਿਛਲੇ 8 ਅਗਸਤ ਤੋਂ ਲੈ ਕੇ ਅੱਜ ਕਿੰਨੀ ਤਰੀਕ ਹੋਈ ਆ ਅੱਜ ਤੱਕ ਦੇ ਇਹ ਸਾਡੇ ਰਿਜ਼ਲਟ ਨੇ ਜਿਹੜੇ 50 ਸਾਡੇ ਕੋਲੇ 8 ਤਰੀਕ ਨੂੰ ਮੈਂ ਲਾਈਵ ਹੋਇਆ ਸੀਗਾ 8 ਤਰੀਕ ਤੋਂ ਬਾਅਦ ਹੋਣ ਵਾਲੇ ਜਿਹੜੇ ਸਾਡੇ ਰਿਜ਼ਲਟ ਨੇ ਉਸ 50 ਤਕਰੀਬਨ PPRs ਮੇਰੇ ਕੋਲੇ ਆਈਆਂ ਨੇ ਜਿਨ੍ਹਾਂ ਦੀਆਂ ਮੈਕਸਿਮਮ ਜਿਹੜੇ ਪਾਸ ਇਹਨਾਂ ਦੀ ਜਿਹੜੀ ਲੌਜਮੈਂਟ ਡੇਟ ਆ ਇਹ 2022 ਵਾਲੇ ਕੇਸ ਨੇ ਉਸ ਤੋਂ ਬਾਅਦ 21 ਵਾਲੇ ਇਹਦੇ ਵਿੱਚ 20 ਵਾਲਾ ਕੇਸ ਕੋਈ ਨਹੀਂ ਹੈ ਸਾਰੇ 2022 ਤੇ 2021 ਵਾਲੇ ਕੇਸ ਨੇ ਜਿਨ੍ਹਾਂ ਵਿੱਚ ਪ੍ਰਭਜੋਤ ਸਿੰਘ ਦੀ 6 ਅਪ੍ਰੈਲ 22 ਨੂੰ ਲੱਗੀ ਸੀ ਹਰਪ੍ਰੀਤ ਸਿੰਘ ਦੀ 30 ਦਸੰਬਰ 21 ਨੂੰ ਲੱਗੀ ਸੀ ਆਰਿਫ ਤਨਵੀਰ ਦੀ 23 ਦਸੰਬਰ 21 ਨੂੰ ਲੱਗੀ ਸੀ ਅਮਨਦੀਪ ਸਿੰਘ ਦੀ 1 ਜੂਨ 22 ਨੂੰ ਲੱਗੀ ਸੀ ਗੁਰਜੋਤ ਸਿੰਘ ਦੀ 18 ਜੂਨ 22 ਨੂੰ ਲੱਗੀ ਸੀ ਹਰਜੀਤ ਸਿੰਘ ਦੀ 20 ਮਈ 22 ਨੂੰ ਲੱਗੀ ਸੀ ਗੁਰਜਿੰਦਰ ਸਿੰਘ ਦੀ 17 ਮਈ 22 ਨੂੰ ਲੱਗੀ ਸੀ ਜਸਮੀਤ ਸਿੰਘ ਦੀ 20 ਅਪ੍ਰੈਲ 2022 ਨੂੰ ਫਾਈਲ ਲੌਂਚ ਹੋਈ ਆ ਸੋ ਇਹ 50 ਰਿਜ਼ਲਟ 50 PPRs ਤਕਰੀਬਨ ਜਾਨੀ ਜੇ 100 ਮੈਂ ਪਿਛਲੇ 10 ਕੁ ਦਿਨਾਂ ਦੀ ਗੱਲ ਕਰਾਂ ਤਾਂ 100 ਤੋਂ ਉੱਪਰ ਰਿਜ਼ਲਟ ਕੱਲੇ ਓਪਨ ਵਰਕ ਪਰਮਿਟ ਦਾ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪੋਜ਼ਿਟਿਵ ਆਪਾਂ ਨੂੰ ਰਿਸੀਵ ਹੋਇਆ ਹੁਣ ਇਹਨਾਂ ਦੇ ਪਾਸਪੋਰਟ ਚਲੇ ਜਾਣਗੇ ਵਿਦਨ ਫਿਊ ਡੇਜ਼ ਸਟੈਂਪਿੰਗ ਦੇ ਲਈ ਜਿਨ੍ਹਾਂ ਦੀਆਂ PPRs ਆਈਆਂ ਨੇ ਤੇ ਮੈਡੀਕਲ ਵਾਲੇ ਬੱਚੇ ਆਪਦਾ ਮੈਡੀਕਲ ਕਰਾ ਕੇ ਅਪਡੇਟ ਕਰ ਦੇਣਗੇ ਦੋਸਤੋ ਇਹ ਤਾਂ ਸੀ ਓਪਨ ਵਰਕ ਪਰਮਿਟ ਵਾਲੇ ਕੇਸ ਮੈਂ ਜਲਦੀ ਨਿਬੇੜੇ ਨੇ ਕਿਉਂਕਿ ਸਟੂਡੈਂਟ ਦੀ ਹਮੇਸ਼ਾ ਹੀ ਸਵਾਲ ਹੁੰਦਾ ਸਰ ਸਟੂਡੈਂਟ ਦੇ ਰਿਜ਼ਲਟ ਦਾ ਦੱਸਿਓ ਕਿ ਕਦੋਂ ਫਾਈਲ ਲੌਜਮੈਂਟ ਹੋਈਆਂ ਨੇ ਤੇ ਕਦੋਂ ਦੀਆਂ ਇਹ ਅਪਰੂਵਲਸ ਆਈਆਂ ਨੇ ਦੋਸਤੋ ਜਿਹੜੇ ਅੱਜ 4 ਰਿਜ਼ਲਟ ਆਏ ਨੇ ਕਿਉਂਕਿ ਕੱਲ ਮੇਰੇ ਤੋਂ ਇਹ ਪੁੱਛਿਆ ਗਿਆ ਸੀ ਕਿ ਸਰ ਜੂਨ ਦੇ ਵਿੱਚ ਫਾਈਲ ਲੌਂਚ ਹੋਈ ਸੀ ਕਦੋਂ ਤੱਕ ਰਿਜ਼ਲਟ ਆ ਸਕਦੇ ਨੇ ਦੋਸਤੋ ਅੱਜ ਇਕੱਠੇ 4 ਰਿਜ਼ਲਟ ਆਏ ਨੇ 4 ਹੀ ਅਪਰੂਵਲਸ ਆਈਆਂ ਨੇ ਉਹ ਸਟੂਡੈਂਟ ਵੀਜ਼ਾ ਦੀਆਂ ਚਾਰੇ ਜੂਨ ਮਹੀਨੇ ਦੀਆਂ ਅਪਰੂਵਲਸ ਨੇ ਦੋਸਤੋ ਯਾਨੀ ਕਿ ਚਾਰੇ ਦੇ ਚਾਰੇ ਕੇਸ ਮੈਂ ਜੂਨ ਦੇ ਵਿੱਚ ਲੌਂਚ ਕੀਤੇ ਸੀ ਪਹਿਲੇ ਉਹ ਰਿਜ਼ਲਟ ਨੇ ਜਿਹੜੇ ਫਾਸਟੈਸਟ ਰਿਜ਼ਲਟ ਹੁਣ ਮਿਲੇ ਨੇ ਆਹ ਜਿਹੜਾ ਸਲੋ ਹੋਏ ਪ੍ਰੋਸੈਸ ਦੇ ਰੁਝਾਨ ਤੋਂ ਬਾਅਦ ਇਹ ਫਾਸਟੈਸਟ ਰਿਜ਼ਲਟ ਨੇ ਜਿਹੜੇ 2 ਮਹੀਨਿਆਂ ਦੇ ਵਿੱਚ ਯਾਨੀ 45 ਬਿਜ਼ਨਸ ਡੇਜ਼ ਜਿਹੜੇ ਹਾਈ ਕਮਿਸ਼ਨ ਲੈਂਦਾ ਹੁੰਦਾ ਉਹਦੇ ਦੌਰਾਨ ਉਹਨਾਂ ਨੇ ਰਿਜ਼ਲਟ ਦਿੱਤੇ ਨੇ ਇਹ 4 ਰਿਜ਼ਲਟ ਨੇ ਜਿਨ੍ਹਾਂ ਵਿੱਚੋਂ ਕੋਮਲਪ੍ਰੀਤ 13/6/22 ਨੂੰ ਅਸੀਂ ਫਾਈਲ ਲੌਂਚ ਕੀਤੀ ਸੀ ਜੀ ਰੁਖਸਾਰ ਦੀ 18/6/22 ਨੂੰ ਫਾਈਲ ਲੌਂਚ ਕੀਤੀ ਸੀ ਜੀ ਹਰਮਨਪ੍ਰੀਤ ਸਿੰਘ ਦੀ 18/6/22 ਨੂੰ ਕੀਤੀ ਸੀ ਜੀ ਕਮਲਪ੍ਰੀਤ ਕੌਰ ਦੀ 13/6/22 ਨੂੰ ਕੀਤੀ ਸੀ ਲੌਂਚ ਇਹਨਾਂ ਦੇ ਸਾਰਿਆਂ ਦੇ ਰਿਜ਼ਲਟ ਆਏ ਆ ਹੁਣ ਮੈਂ ਕੱਲਾ ਰਿਜ਼ਲਟ ਸਟੂਡੈਂਟ ਨਾਲ ਇਹ ਡਿਸਕਸ ਕਰੂੰਗਾ ਇਹ 25 ਰਿਜ਼ਲਟ ਨੇ 25 ਰਿਜ਼ਲਟ 8 ਤਰੀਕ ਤੋਂ ਲੈ ਕੇ ਅੱਜ ਤੱਕ ਸਾਨੂੰ 25 ਰਿਜ਼ਲਟ ਰਿਸੀਵ ਹੋਏ ਨੇ ਸਟੂਡੈਂਟ ਵੀਜ਼ਾ ਦੇ ਉਹ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਰਣਜੀਤ ਕੌਰ ਦਾ ਰਿਜ਼ਲਟ ਆ ਦੋਸਤੋ ਇਹਨਾਂ ਦੀ ਜਿਹੜੀ ਫਾਈਲ ਲੌਂਚ ਹੋਈ ਸੀ 8/5/22 ਨੂੰ ਲੌਂਚ ਹੋਈ ਸੀ ਦੋਸਤੋ 8/5/22 ਨੂੰ ਲੌਂਚ ਹੋਈ ਸੀ ਤੇ 8 ਅਗਸਤ ਨੂੰ ਇਹਨਾਂ ਦੀ PPR ਹਾਈ ਕਮਿਸ਼ਨ ਨੇ ਮੰਗ ਲਈ ਕਾਲਜ ਇਹਨਾਂ ਦਾ ਨਾਰਥਰਨ ਟਿਮਸ ਕੈਂਪਸ ਆ ਕੋਰਸ ਹੈਲਥ ਕੇਅਰ ਮੈਨੇਜਮੈਂਟ ਆ ਜੀ ਐਂਡ ਇਹਨਾਂ ਦਾ ਵੀਜ਼ਾ ਅਪਰੂਵ ਹੋ ਗਿਆ ਹਾਈ ਕਮਿਸ਼ਨ ਨੇ ਸਾਡੇ ਤੋਂ ਇਹਨਾਂ ਦੀ ਪਾਸਪੋਰਟ ਲਈ ਸਟੈਂਪਿੰਗ ਲਈ ਪਾਸਪੋਰਟ ਸਾਡੇ ਤੋਂ ਮੰਗ ਲਿਆ ਦੋਸਤੋ ਅਗਲੀ PPR ਉਹ ਗਗਨਦੀਪ ਸਿੰਘ ਦੀ ਆ ਕੈਂਬਰੀਅਨ ਕਾਲਜ ਪੜ੍ਹਨ ਚੱਲੇ ਨੇ ਸਤੰਬਰ 22 ਇਨਟੇਕ ਦੇ ਲਈ ਕੋਰਸ ਇਹਨਾਂ ਦਾ ਟੂਰਿਜ਼ਮ ਆ ਜੀ ਫਾਈਲ ਲੌਜਮੈਂਟ ਡੇਟ ਆ ਜੀ 17/5/22 ਤੇ ਵੀਜ਼ਾ ਅਪਰੂਵ ਹੋਇਆ ਜੀ 9 ਅਗਸਤ 2022 ਨੂੰ ਤੁਸੀਂ ਦੇਖ ਸਕਦੇ ਹੋ ਅਗਸਤ 9 ਨੂੰ ਵੀਜ਼ਾ ਅਪਰੂਵ ਹੁੰਦਾ ਜੀ ਗੁਰਪ੍ਰੀਤ ਕੌਰ ਗਿੱਲ ਦਾ ਕਾਲਜ ਇਹਨਾਂ ਦਾ NYIT ਵੈਨਕੂਵਰ ਆ ਜੀ ਜਨਵਰੀ 2023 ਇਹਨਾਂ ਦਾ ਸੈਸ਼ਨ ਆ ਜੀ ਕੋਰਸ MSc ਚੱਲਿਆ ਜੀ ਸਾਈਬਰ ਸਿਕਿਉਰਿਟੀ ਦੀ ਕਰਨ ਇਹ ਫਾਈਲ ਲੌਜਮੈਂਟ ਡੇਟ ਆ ਜੀ 14 ਮਈ 2022 ਵੀਜ਼ਾ ਅਪਰੂਵਲ ਡੇਟ ਆ ਜੀ 10 ਅਗਸਤ 2022 ਤੁਸੀਂ ਦੇਖ ਸਕਦੇ ਹੋ ਦੋਸਤੋ ਅਗਲਾ ਪਵਨਦੀਪ ਕੌਰ ਦੀ ਵੀਜ਼ਾ ਅਪਰੂਵਲ ਆ ਜੀ ਕਾਲਜ UCW ਯੂਨੀਵਰਸਿਟੀ ਦੇ ਵਿੱਚ ਪੜ੍ਹਨ ਚੱਲੇ ਨੇ ਜੀ ਇਹ ਅਕਤੂਬਰ 22 ਸੈਸ਼ਨ ਆ ਜੀ ਇਹਨਾਂ ਦਾ ਇਸ ਸਾਲ ਦੇ ਅਕਤੂਬਰ ਦੇ ਵਿੱਚ ਇਹਨਾਂ ਦੀ ਪੜ੍ਹਾਈ ਸ਼ੁਰੂ ਹੋਣੀ ਆ MBA ਦੇ ਲਈ ਜਾ ਰਹੇ ਨੇ ਜੀ 14 ਮਈ 2022 ਨੂੰ ਮਈ ਦੀ 14 ਤਰੀਕ ਨੂੰ 22 ਦੇ ਮਈ ਮੰਥ ਦੀ 14 ਤਰੀਕ ਨੂੰ ਇਹਨਾਂ ਦੀ ਆਪਾਂ ਫਾਈਲ ਲਾਈ ਸੀ ਵੀਜ਼ਾ ਅਪਰੂਵਲ ਇਹਨਾਂ ਦੀ 10 ਅਗਸਤ 22 ਨੂੰ ਇਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਆਪਣੇ ਕੋਲੇ ਆ ਗਿਆ ਦੋਸਤੋ ਨਵਦੀਪ ਕੌਰ ਦੀ ਜਿਹੜੀ ਫਾਈਲ ਆਪਾਂ ਅਪਲਾਈ ਕੀਤੀ ਸੀ ਉਹ 29 ਅਪ੍ਰੈਲ 2022 ਨੂੰ ਕੀਤੀ ਸੀ ਕਾਲਜ ਇਹਨਾਂ ਯੂਨੀਵਰਸਿਟੀ ਹੈ ਜੀ ਇਹਨਾਂ ਦੀ ਯਾਰਕਵਿਲ ਯੂਨੀਵਰਸਿਟੀ 1 ਅਕਤੂਬਰ ਤੋਂ ਇਹਨਾਂ ਦੀਆਂ ਪੜ੍ਹਾਈ ਸ਼ੁਰੂ ਹੋਣੀ ਆ BBA ਪ੍ਰੋਜੈਕਟ ਮੈਨੇਜਮੈਂਟ ਇਹ ਕਰਨ ਚੱਲੇ ਨੇ ਤੇ 10 ਅਗਸਤ ਨੂੰ ਇਹਨਾਂ ਦਾ ਵੀਜ਼ਾ ਸਾਡੇ ਕੋਲੇ ਅਪਰੂਵ ਹੋ ਕੇ ਆ ਗਿਆ ਪਾਸਪੋਰਟ ਇਹਨਾਂ ਦਾ ਹਾਈ ਕਮਿਸ਼ਨ ਨੂੰ ਅਸੀਂ ਭੇਜਤਾ ਸਟੈਂਪਿੰਗ ਦੇ ਲਈ ਅਗਸਤ 11 2022 ਨੂੰ ਸ਼ੈਰਡਨ ਕਾਲਜ ਪੜ੍ਹਨ ਚੱਲੇ ਨੇ ਹਿੰਮਤ ਕੌਰ
ਕੰਪਿਊਟਰ ਪ੍ਰੋਗਰਾਮਿੰਗ ਲਈ ਸਤੰਬਰ ਇਨਟੇਕ ਲਈ ਜਾ ਰਹੇ ਨੇ। 18 ਮਈ 2022 ਨੂੰ ਅਸੀਂ ਇਹਨਾਂ ਦੀ ਫਾਈਲ ਲੌਂਚ ਕੀਤੀ ਸੀ ਤੇ 12 ਅਗਸਤ 2022 ਨੂੰ ਸਾਨੂੰ ਇਹਨਾਂ ਦੀ ਅਪਰੂਵਲ ਆ ਗਈ ਹੈ ਦੋਸਤੋ। ਕਾਲਜ ਆ ਜੀ ਥੌਮਸਨ ਰਿਵਰ ਯੂਨੀਵਰਸਿਟੀ ਆ ਜੀ, ਜਨਵਰੀ 2023 ਸੈਸ਼ਨ ਆ ਜੀ। ਕੋਰਸ ਐਮਐਡ ਆ। ਫਾਈਲ ਲੌਂਚਮੈਂਟ ਡੇਟ 17 ਮਈ, ਵੀਜ਼ਾ ਅਪਰੂਵ ਡੇਟ ਹੈਗੀ ਜੀ 12 ਅਗਸਤ। ਮਨਦੀਪ ਕੌਰ ਦਾ ਇਹ ਪ੍ਰੋਫਾਈਲ ਸੀ। ਤੁਸੀਂ ਦੋਸਤੋ ਵੈਰੀਏਸ਼ਨ ਵੱਲ ਧਿਆਨ ਰੱਖਣੀ ਆ, ਕੱਲੀ ਇਹ ਨਹੀਂ ਹੈ ਕਿ ਆਪਾਂ ਤੁਸੀਂ ਦੇਖੋ ਵੀ ਮੈਕਸਿਮਮ ਬੱਚੇ ਯੂਨੀਵਰਸਿਟੀ ਵਿੱਚ ਜਾ ਰਹੇ ਨੇ। ਕਿਉਂ ਜਾ ਰਹੇ ਨੇ? ਕਿਉਂਕਿ ਉਹਨਾਂ ਨੂੰ ਸਮਝਾਇਆ ਜਾਂਦਾ ਕਿਸ ਤਰੀਕੇ ਨਾਲ ਤੁਸੀਂ ਕਿਹੜਾ ਕੋਰਸ ਲੈ ਕੇ ਕਿਹੜੇ ਕੋਰਸ ਦੇ ਜ਼ਰੀਏ ਤੁਸੀਂ ਪੱਕੇ ਹੋ ਸਕਦੇ ਹੋ, ਕਿਹੜਾ ਕੋਰਸ ਕਰਕੇ ਤੁਸੀਂ ਉੱਥੇ ਤੁਹਾਡਾ ਸਕੋਪ ਚੰਗਾ ਬਣ ਸਕਦਾ, ਕਿਹੜੇ ਜਗ੍ਹਾ ਤੇ ਜਾ ਕੇ ਤੁਸੀਂ ਈਜ਼ੀਲੀ ਆਪਦੀ ਪਰਮਾਨੈਂਟ ਰੈਜ਼ੀਡੈਂਸੀ ਤੱਕ ਪਹੁੰਚੋਗੇ। ਹਰ ਚੀਜ਼ ਦੀ ਇੱਕ ਕਰੀਅਰ ਕਾਉਂਸਲਿੰਗ ਦੇਣੀ ਸਭ ਤੋਂ ਇੰਪੋਰਟੈਂਟ ਆ। ਤਾਂ ਕਰਕੇ ਵੈਰੀਏਸ਼ਨ ਤੁਸੀਂ ਦੇਖੋ ਵੀ ਹਰ ਪ੍ਰੋਫਾਈਲ ਦਾ ਡਿਫਰੈਂਟ ਕਾਲਜ, ਡਿਫਰੈਂਟ ਯੂਨੀਵਰਸਿਟੀ, ਡਿਫਰੈਂਟ ਕੋਰਸ। ਕਿਉਂ? ਕਿਉਂਕਿ ਇੱਕੋ ਚੀਜ਼ ਪ੍ਰਮੋਟ ਨਹੀਂ ਕੀਤੀ ਜਾ ਸਕਦੀ। ਜੇ ਤੁਸੀਂ ਕੈਨੇਡਾ ਨਾਲ ਡੀਲ ਕਰਦੇ ਹੋ ਤਾਂ ਤੁਸੀਂ ਹਰ ਕੋਰਸ ਦੇ ਲਈ, ਹਰ ਪ੍ਰੋਫਾਈਲ ਦੇ ਲਈ ਅਲੱਗ ਕੋਰਸ ਦੀ ਚੋਣ ਕਰੋਗੇ, ਅਲੱਗ ਕਾਲਜ ਦੀ ਚੋਣ ਕਰੋਗੇ। ਪ੍ਰੋਫਾਈਲ ਟੂ ਪ੍ਰੋਫਾਈਲ ਵੈਰੀ ਕਰੂਗਾ। ਸੋ ਦੋਸਤੋ ਅਗਲਾ ਜੀ ਸੇਂਟ ਲਾਰੈਂਸ, 1 ਸਤੰਬਰ 2022 ਇਹਨਾਂ ਦਾ ਸੈਸ਼ਨ ਆ ਜੀ। ਕੋਰਸ ਪ੍ਰੋਜੈਕਟ ਮੈਨੇਜਮੈਂਟ ਆ ਜੀ। ਲੌਂਚਮੈਂਟ ਡੇਟ ਆ 22 ਅਪ੍ਰੈਲ 2022। ਕੇਸ ਅਪਰੂਵ ਹੋਇਆ ਜੀ 12 ਅਗਸਤ ਨੂੰ। ਕਮਲਪ੍ਰੀਤ ਕੌਰ ਦਾ ਕੇਸ ਆ ਜੀ। ਦੋਸਤੋ ਅਲੈਗਜ਼ੈਂਡਰ ਕਾਲਜ ਆ ਜੀ ਵੈਨਕੂਵਰ ਦਾ, ਸਤੰਬਰ 2022 ਸੈਸ਼ਨ ਆ ਜੀ ਇਹਨਾਂ ਦਾ। ਐਸੋਸੀਏਟ ਆਫ ਸਾਇੰਸ ਪੜ੍ਹਨ ਚੱਲੇ ਨੇ। 30 ਅਪ੍ਰੈਲ 2022 ਨੂੰ ਫਾਈਲ ਲੌਂਚ ਕੀਤੀ ਸੀ ਤੇ ਵੀਜ਼ਾ ਅਪਰੂਵ ਹੋ ਕੇ ਆਇਆ ਜੀ 12 ਅਗਸਤ ਨੂੰ। ਵਰਿੰਦਰ ਸਿੰਘ ਦਾ। ਯੂਨੀਵਰਸਿਟੀ ਆਫ ਅਲਗੋਮਾ ਯੂਨੀਵਰਸਿਟੀ, ਸਤੰਬਰ 2022 ਕੋਰਸ ਸੈਸ਼ਨ ਆ ਜੀ। ਬੈਚਲਰ ਆਫ ਕੰਪਿਊਟਰ ਸਾਇੰਸ ਪੜ੍ਹਨ ਚੱਲੇ ਨੇ। ਫਾਈਲ ਲੌਂਚਮੈਂਟ ਡੇਟ 27/5/22 ਹੈ ਜੀ। ਵੀਜ਼ਾ ਅਪਰੂਵ ਹੋਇਆ ਜੀ 13 ਅਗਸਤ 2022 ਨੂੰ। ਪੂਜਾ ਦਾ ਕੇਸ ਆ ਜੀ, ਇਹ ਪੂਜਾ ਦਾ ਪ੍ਰੋਫਾਈਲ ਆ। ਸੌਲਟ ਕਾਲਜ ਪੜ੍ਹਨ ਚੱਲੇ ਨੇ ਜੀ ਅਮਨਵੀਰ ਸਿੰਘ ਹੁਣੀ। ਸਤੰਬਰ 2022 ਇਹਨਾਂ ਦਾ ਸੈਸ਼ਨ ਆ ਜੀ। ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਕਰਨ ਚੱਲੇ ਨੇ ਜੀ। ਫਾਈਲ ਲੌਂਚਮੈਂਟ ਡੇਟ 27/5/2022 ਹੈ ਜੀ। ਵੀਜ਼ਾ ਅਪਰੂਵਲ ਡੇਟ 13 ਅਗਸਤ 2022। ਚੈੱਕ ਕਰ ਸਕਦੇ ਹੋ ਦੋਸਤੋ। ਇੱਕ ਚੀਜ਼ ਤੁਸੀਂ ਦੇਖੀਏ ਵੀ ਕਾਲਜ ਹਾਲੇ ਤੱਕ ਰਿਪੀਟ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਹਰ ਬੱਚੇ ਦੀ ਰਿਕੁਆਇਰਮੈਂਟ ਨੂੰ ਧਿਆਨ ਦੇ ਵਿੱਚ ਰੱਖ ਕੇ ਯੂਨੀਵਰਸਿਟੀ ਜਾਂ ਕਾਲਜ ਚੂਜ਼ ਕੀਤਾ ਜਾਂਦਾ। ਨਾਇਗਰਾ ਕਾਲਜ ਪੜ੍ਹਨ ਚੱਲੇ ਨੇ ਜੀ ਜਤਿੰਦਰਪਾਲ ਸਿੰਘ। ਟੋਰਾਂਟੋ ਕੈਂਪਸ ਆ ਜੀ ਨਾਇਗਰਾ ਕਾਲਜ ਦਾ। ਜਨਵਰੀ 23 ਦੇ ਲਈ ਇਹਨਾਂ ਦਾ ਸੈਸ਼ਨ ਆ ਜੀ। ਬਿਜ਼ਨਸ ਪੜ੍ਹਨ ਚੱਲੇ ਨੇ। 16/5/22 ਨੂੰ ਫਾਈਲ ਲੌਂਚ ਕੀਤੀ ਸੀ। ਵੀਜ਼ਾ ਅਪਰੂਵ ਹੋਇਆ ਜੀ 13 ਅਗਸਤ 2022 ਨੂੰ। KPU ਸਤੰਬਰ 2022 ਪੜ੍ਹਨ ਚੱਲੇ ਨੇ ਜੀ। ਕੋਰਸ ਐਸੋਸੀਏਟ ਆਫ ਸਾਇੰਸ ਆ ਜੀ। ਫਾਈਲ ਲੌਂਚਮੈਂਟ ਡੇਟ 18/5/22 ਆ ਜੀ। ਵੀਜ਼ਾ ਅਪਰੂਵ ਹੋਇਆ ਜੀ 13 ਅਗਸਤ 2022 ਨੂੰ। ਜਸਲੀਨ ਕੌਰ ਦਾ। ਹਰ ਬੱਚੇ ਦਾ ਡਿਫਰੈਂਟ ਕਾਲਜ, ਡਿਫਰੈਂਟ ਕੋਰਸ। ਇੱਕੋ ਹੀ ਕੋਰਸ ਪਾਈ ਜਾਣਾ ਜੀ। ਕੋਈ ਸਾਡਾ ਕਿਊਬਿਕ ਭੇਜ ਦਿਆਂਗੇ ਜੀ, ਤੁਹਾਨੂੰ ਫਲਾਨੀ ਥਾਂ ਭੇਜ ਦਿਆਂਗੇ ਜੀ ਸਾਡੇ ਕੋਲੇ। ਹਰ ਦੇਖੋ ਜੇ ਤੁਸੀਂ ਕੈਨੇਡਾ ਦਾ ਕੰਮ ਕਰਦੇ ਹੋ ਨਾ ਤਾਂ ਤੁਸੀਂ ਕੈਨੇਡਾ ਸਾਰਾ ਇੰਟਾਇਰ ਕੈਨੇਡਾ ਤੁਹਾਡੇ ਕੋਲੇ ਆ। ਤੁਸੀਂ ਹਰ ਕਾਲਜ, ਹਰ ਯੂਨੀਵਰਸਿਟੀ ਭੇਜੋ, ਪਰ ਉਹਦੇ ਲਈ ਤੁਹਾਨੂੰ ਟਾਈਪਸ ਚਾਹੀਦੇ ਨੇ। ਡਾਇਰੈਕਟ ਤੁਹਾਡੇ ਕੋਲੇ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਕਿੱਥੇ ਕਿੱਥੇ ਕੋਰਸ ਓਪਨ ਨੇ, ਕਿਹੜੀ ਕਿਹੜੀ ਜਗ੍ਹਾ ਤੁਸੀਂ ਕਿਹੜਾ ਕੋਰਸ ਪਾ ਸਕਦੇ ਹੋ, ਕਿਹੜੀ ਜਗ੍ਹਾ ਕਿਹੜਾ ਕੋਰਸ ਪੜ੍ਹਨ ਦਾ ਫਾਇਦਾ ਆ। ਸਿਮਰਦੀਪ ਕੌਰ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਚੱਲੇ ਨੇ ਜੀ। ਪ੍ਰੋਗਰਾਮ ਕੰਪਿਊਟਰ ਇਨਫੋਰਮੇਸ਼ਨ ਆ ਜੀ। ਸਤੰਬਰ 22 ਇਨਟੇਕ ਆ ਜੀ। ਲੌਂਚਮੈਂਟ ਡੇਟ 24 ਮਈ 2022। ਵੀਜ਼ਾ ਆਇਆ ਜੀ 16 ਅਗਸਤ 2022 ਨੂੰ। ਨਾਰਥਵੈਸਟ ਚੱਲੇ ਨੇ ਜੀ। ਪ੍ਰੋਗਰਾਮ ਐਨਰਜੀ ਮੈਨੇਜਮੈਂਟ ਕਰਨ ਜਨਵਰੀ 2023 ਦੇ ਸੈਸ਼ਨ ਦੇ ਲਈ। ਲੌਂਚਮੈਂਟ ਡੇਟ 31 ਮਈ। ਵੀਜ਼ਾ ਆਇਆ ਜੀ 16 ਅਗਸਤ। ਪਵਨਦੀਪ ਸਿੰਘ ਦਾ ਨਾਰਥਵੈਸਟ ਦੇ ਲਈ। ਸੇਟ ਕਾਲਜ ਚੱਲੇ ਨੇ ਜੀ ਕੈਲਗਰੀ। ਹਾਲੇ ਤੱਕ ਦੋਸਤੋ ਮਤਲਬ ਮੈਂ ਤਕਰੀਬਨ ਜੇ ਮੈਂ ਗਿਣਤੀ ਕਰਾਂ ਜਸਮੀਨ ਤੱਕ ਮੈਂ ਪਹੁੰਚਿਆ ਆ ਤਾਂ ਤਕਰੀਬਨ 16 ਮੈਂ ਤੁਹਾਡੇ ਨਾਲ ਪ੍ਰੋਫਾਈਲ ਡਿਸਕਸ ਕਰ ਚੁੱਕਿਆ। ਇੱਕ ਕਾਲਜ ਵੀ ਰਿਪੀਟ ਨਹੀਂ ਹੋਇਆ। ਹਰੇਕ ਬੱਚੇ ਦਾ ਅਲੱਗ ਕਾਲਜ, ਅਲੱਗ ਯੂਨੀਵਰਸਿਟੀ, ਅਲੱਗ ਕੋਰਸ। ਕਿਉਂ? ਕਿਉਂਕਿ ਦੋਸਤੋ ਨੌਲੇਜ, ਇਨਫੋਰਮੇਸ਼ਨ ਬੱਚਿਆਂ ਦੇ ਲਈ ਸਾਡੇ ਕੋਲੇ ਆਪਸ਼ਨਸ, ਤੁਹਾਡੇ ਕੋਲੇ ਅਵੇਲੇਬਿਲਿਟੀ ਕੀ ਹੈ, ਤੁਹਾਨੂੰ ਕਿੰਨਾ ਕੁ ਪਤਾ, ਤੁਸੀਂ ਆਪਦੇ ਜਿਹੜੇ ਤੁਹਾਡੀ ਟੀਮ ਆ ਤੁਸੀਂ ਉਹਨਾਂ ਨੂੰ ਕਿੰਨਾ ਕੁ ਪੜਾਉਂਦੇ ਹੋ, ਤੁਸੀਂ ਉਹਨਾਂ ਨੂੰ ਕਿੰਨੀ ਕੁ ਟ੍ਰੇਨਿੰਗ ਦਿੰਦੇ ਹੋ। ਇੱਥੇ ਸਾਰੀ ਗੱਲ ਖੜੀ ਆ। ਜੈਸਮੀਨ ਪੜ੍ਹਨ ਚੱਲੀ ਹੈ ਜੀ ਸੇਟ ਕਾਲਜ ਦੇ ਵਿੱਚ ਕੈਲਗਰੀ ਦੇ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨ। ਲੌਂਚਮੈਂਟ ਡੇਟ ਆ ਜੀ 28 ਮਈ 2022। ਵੀਜ਼ਾ 16 ਅਗਸਤ 2022 ਨੂੰ ਆਇਆ ਜੀ।
कैपलैन यूनिवर्सिटी पढ़न चले जी एसोसीएट ऑफ साइंस करन 2 ईयर दी लॉजमेंट डेट 25 मई वीज़ा 16 अगस्त नवदीप कौर का प्रोफाइल है जी। कोलंबिया कॉलेज चले ने जी पढ़न वैंकूवर ਦੇ ਵਿੱਚ ਕੋਲੰਬੀਆ ਕਾਲਜ ਹੈ ਜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਕਾਲਜ ਹੈ ਜੀ। ਇਹ ਐਸੋਸੀਏਟ ਆਫ ਆਰਟਸ ਬਿਜ਼ਨਸ ਲਈ ਪੜਨ ਚੱਲੇ ਨੇ। ਸਪਟੰਬਰ 2022 ਸੈਸ਼ਨ ਹੈ ਜੀ। ਲੌਜਮੈਂਟ ਡੇਟ 18/5/2022 ਵੀਜ਼ਾ 16/8/22 ਸਵਰਾਜ ਸਿੰਘ ਹੋਣਾ ਦਾ ਕੇਸ ਹੈ। ਸੂ ਕਾਲਜ ਹੈ ਜੀ ਬਰੈਂਪਟਨ ਕੈਂਪਸ ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਫਾਈਲ ਲੌਜਮੈਂਟ ਡੇਟ 24/5/22 ਸਪਟੰਬਰ ਇਨਟੇਕ ਵੀਜ਼ਾ ਅਪਰੂਵਲ ਆਇਆ ਜੀ 16/8/2022 ਨੂੰ ਦੇਖ ਸਕਦੇ ਹੋ। ਅਲਗੋਮਾ ਯੂਨੀਵਰਸਿਟੀ ਬਰੈਂਪਟਨ ਕੈਂਪਸ ਪ੍ਰੋਜੈਕਟ ਮੈਨੇਜਮੈਂਟ ਸਪਟੰਬਰ 22 ਇਨਟੇਕ ਫਾਈਲ ਲੌਜਮੈਂਟ ਡੇਟ 21/5/2022 ਵੀਜ਼ਾ ਡੇਟ 16/8/22 ਬੇਅੰਤ ਕੌਰ ਦਾ ਪ੍ਰੋਫਾਈਲ ਆ ਜੀ ਦੇਖ ਸਕਦੇ ਹੋ। ਸੈਂਟ ਮੇਰੀ ਅਲਗੋਮਾ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਆ ਜੀ ਬੈਚਲਰ ਆਫ ਕੰਪਿਊਟਰ ਸਾਇੰਸ ਸਪਟੰਬਰ 22 ਇਨਟੇਕ ਦੇ ਲਈ ਫਾਈਲ ਲੌਂਚ ਕੀਤੀ ਸੀ 7/10/2022 ਨੂੰ। ਵੀਜ਼ਾ ਆਇਆ ਜੀ 16/2022 ਨੂੰ। ਆਲਰੇਡੀ ਰਿਫਿਊਜ਼ ਸੀ ਕੇਸ ਰੀਅਪਲਾਈ ਕੀਤਾ ਸੀ। ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਵੀ ਅਪਰੂਵਲ ਆ ਗਈ ਹੈ ਜੀ। UCW ਐਸੋਸੀਏਟ ਆਫ ਆਰਟਸ ਸਾਈਕੋਲੋਜੀ ਪੜਨ ਚੱਲੇ ਨੇ ਜੀ। ਸਪਟੰਬਰ 2022 ਸੈਸ਼ਨ ਦੇ ਲਈ ਫਾਈਲ ਲੌਂਚ ਕੀਤੀ ਸੀ 13/6/22 ਨੂੰ। ਵੀਜ਼ਾ ਆਇਆ ਜੀ 17/8/22 ਨੂੰ। ਕੋਮਲਪ੍ਰੀਤ ਕੌਰ ਦਾ ਪ੍ਰੋਫਾਈਲ ਹੈ ਜੀ ਦੇਖ ਸਕਦੇ ਹੋ। ਅਲਗੋਮਾ ਯੂਨੀਵਰਸਿਟੀ ਸਪਟੰਬਰ ਇਨਟੇਕ ਬਿਜ਼ਨਸ ਐਂਡ HR ਪੜਨ ਚੱਲੇ ਨੇ ਜੀ। ਫਾਈਲ ਲੌਜਮੈਂਟ ਡੇਟ 18/6/2022 ਵੀਜ਼ਾ 17/8/2022 ਨੂੰ ਆਇਆ ਜੀ ਰੁਖਸਾਰ ਦਾ। KPU जनवरी 23 कंप्यूटर इंफॉर्मेशन सिस्टम फाइल लॉजमेंट डेट 18/6/22 वीज़ा 17/8/22 रीअपलाई किया सी केस रिफ्यूज हो गया सी पहला हरमनप्रीत सिंह होना दा। महाराज की कृपा नाल इन्हां दा भी वीज़ा अप्रूव हो के आ गया। अल्गोमा लास्ट बट नॉट द लीस्ट ਅਲਗੋਮਾ ਯੂਨੀਵਰਸਿਟੀ ਬਰੈਂਪਟਨ ਕੈਂਪਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਪੜਨ ਚੱਲਦੇ ਨੇ। ਸਪਤੰਬਰ 22 ਇਨਟੇਕ ਦੇ ਲਈ ਫਾਈਲ ਲੌਜਮੈਂਟ ਡੇਟ 13/6/2022 ਵੀਜ਼ਾ ਅਪਰੂਵਲ ਡੇਟ 17/8/2022 ਕਮਲਪ੍ਰੀਤ ਕੌਰ। ਦੋਸਤੋ ਇਹ ਰਿਜ਼ਲਟ ਜਿਹੜੇ ਨੇ ਨਾ ਇਹ ਜੋ ਇਹ ਤੁਹਾਡੇ ਮੂਰੇ ਇਹ ਜੋ ਰਿਜ਼ਲਟ ਆ ਰਹੇ ਨੇ ਇਹਨਾਂ ਦਾ ਜਿਹੜਾ ਕਾਰਨ ਹੈ ਨਾ ਸਭ ਤੋਂ ਵੱਡਾ ਉਹ ਇਹ ਆ ਕਿ ਹਰ ਚੀਜ਼ ਨੂੰ ਡੈਪਥ 'ਚ ਜਾ ਕੇ ਪਹਿਲਾਂ ਵਰਕਆਊਟ ਕੀਤਾ ਜਾਂਦਾ ਫਿਰ ਉਹ ਅੱਗੇ ਵਿੱਚ ਜਾਂਦੀ ਆ। ਇਹ ਨਹੀਂ ਹੈ ਕਿ ਕਿਸੇ ਵੀ ਚੀਜ਼ ਨੂੰ ਸਿਰਫ ਤੇ ਸਿਰਫ ਕਿਸੇ ਦੀ ਟੋਟਲੀ ਇੱਕ ਜੂਏ ਦੇ ਵਾਂਗੂ ਖੇਡ ਲਿਆ ਜਾਵੇ ਕਿ ਅੱਜ ਆਹ ਵਿਕਣੋਂ ਹਟ ਗਿਆ ਤਾਂ ਆਹ ਵੇਚ ਲਈ, ਅੱਜ ਆਹ ਵਿਕਣੋਂ ਹਟ ਗਿਆ ਤਾਂ ਆਹ ਵੇਚ ਲਈਏ। ਨਹੀਂ, ਹਰ ਇੱਕ ਉਸ ਚੀਜ਼ ਨਾਲ ਸਟਿਕ ਰਹੇ ਆ ਜਿਹਦਾ ਫਿਊਚਰ ਆ, ਜਿਹਦੇ ਵਿੱਚ ਸਾਨੂੰ ਇਹ ਲੱਗਦਾ ਕਿ ਬੱਚਿਆਂ ਦੇ ਜੇ ਅਸੀਂ ਬੱਚਿਆਂ ਦਾ ਘਰ ਛਡਾਉਣ ਲੱਗੇ ਹਾਂ, ਜੇ ਬੱਚੇ ਆਪਦਾ ਘਰ ਛੱਡਣ ਲੱਗੇ ਤਾਂ ਐਟਲੀਸਟ ਉਹਨਾਂ ਨੂੰ ਅਸੀਂ ਕਿਸੇ ਇਹੋ ਜਿਹੀ ਚੰਗੀ ਥਾਂ ਤੇ ਭੇਜ ਦਈਏ ਕਿ ਤਾਂ ਕਿ ਉਹਨਾਂ ਨੂੰ ਹਮੇਸ਼ਾ ਚਲੋ ਆਪਣਾ ਆਪਦਾ ਘਰ ਤਾਂ ਆਪਦਾ ਦੇਸ਼ ਤਾਂ ਆਪਦੀ ਮਿੱਟੀ ਤਾਂ ਕਦੇ ਭੁੱਲਦੀ ਨਹੀਂ, ਪਰ ਐਟਲੀਸਟ ਉਹਨਾਂ ਨੂੰ ਛੱਡਣ ਦਾ ਇਹ ਪਛਤਾਵਾ ਨਾ ਹੋਵੇ ਕਿ ਇਦੋਂ ਤਾਂ ਆਪਦੇ ਘਰੇ ਬੈਠੇ ਹੀ ਚੰਗੇ ਸੀ, ਉੱਥੇ ਜਿਹੜੀ ਰੁੱਖੀ ਸਿੱਕੀ ਮਿਲਦੀ ਸੀ ਉਹੀ ਖਾਂਦੇ ਚੰਗੇ ਸੀ, ਇਦੋਂ ਤਾਂ ਵਧੀਆ ਉੱਥੇ ਰਹਿ ਕੇ ਅਸੀਂ ਗੁਜ਼ਾਰਾ ਕਰ ਲੈਣਾ ਸੀ। ਸੋ ਇਹ ਸਾਰੀਆਂ ਚੀਜ਼ਾਂ ਨੇ, ਕਿਉਂਕਿ ਦੋਸਤੋ ਵੀਜ਼ਾ ਲੱਗਣ ਤੇ ਜਿਹੜੀ ਗੱਲ ਖਤਮ ਨਹੀਂ ਹੋ ਜਾਣੀ, ਵੀਜ਼ਾ ਲੱਗਣ ਤੇ ਗੱਲ ਸ਼ੁਰੂ ਹੋਣੀ ਆ। ਤੁਸੀਂ ਕਿੰਨਾ ਟਾਈਮ ਆਪਦਾ ਪੜ੍ਹਨਾ, ਉਸ ਤੋਂ ਬਾਅਦ ਤੁਹਾਡੇ ਕੀ ਸੁਪਨੇ ਨੇ, ਕਿਵੇਂ ਉਹ ਤੁਸੀਂ ਸਾਕਾਰ ਕਰਨੇ ਨੇ, ਕਿਵੇਂ ਤੁਸੀਂ ਆਪਦੇ ਡੈਸਟੀਨੇਸ਼ਨ ਤੱਕ ਪਹੁੰਚਣਾ, ਇਹ ਸਾਰੀਆਂ ਚੀਜ਼ਾਂ ਇੱਕ ਪਲੈਨਿੰਗ ਨਾਲ ਚੱਲਦੀਆਂ ਨੇ। ਕੋਈ ਵੀ ਚੀਜ਼ ਨੂੰ ਆਪਾਂ ਅਨਪਲੈਨਡ ਤਰੀਕੇ ਨਾਲ ਨਹੀਂ ਕੰਟੀਨਿਊ ਕਰ ਸਕਦੇ, ਉਹਦਾ ਫਿਰ ਬੜਾ ਨੁਕਸਾਨ ਝੱਲਣਾ ਪੈਂਦਾ, ਵੱਡੇ ਨੁਕਸਾਨ ਹੋ ਜਾਂਦੇ ਨੇ, ਕਿਉਂਕਿ ਬੜਾ ਵੱਡਾ ਪੈਸਾ ਇਨਵੈਸਟ ਹੁੰਦਾ, ਸਮਾਂ ਇਨਵੈਸਟ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦੀ ਭਰਪਾਈ ਔਖੀ ਹੋ ਜਾਂਦੀ ਆ ਬਾਅਦ ਦੇ ਵਿੱਚ। ਸੋ ਜਦੋਂ ਤੁਹਾਡੇ ਕੋਲ ਸਮਾਂ ਆ, ਫੈਸਲਾ ਲੈਣ ਦਾ ਸਮਾਂ, ਤਾਂ ਉਸ ਸਮੇਂ ਨੂੰ ਯੂਟੀਲਾਈਜ਼ ਕਰੋ, ਆਪਦਾ ਫੈਸਲਾ ਬੜੇ ਹੀ ਸੁਲਝੇ ਹੋਏ ਤੇ ਚੰਗੇ ਤਰੀਕੇ ਨਾਲ ਲਓ ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਨਾ ਪਛਤਾਉਣਾ ਪਵੇ। ਹੁਣ ਸਮੇਂ ਰਹਿੰਦੇ ਚਾਹੇ ਸਲੋਲੀ ਆਪਦੇ ਪ੍ਰੋਸੈਸ ਨੂੰ ਚਲਾਓ, 2 4 5 ਬੰਦਿਆਂ ਦੀ ਇਨਫੋਰਮੇਸ਼ਨ ਗਾਈਡੈਂਸ ਲੈ ਕੇ ਫਿਰ ਉਹਦੇ ਵਿੱਚੋਂ ਇੱਕ ਚੰਗਾ ਏਜੰਟ ਚੂਜ਼ ਕਰਕੇ ਆਪਦੇ ਫਿਊਚਰ ਦਾ ਫੈਸਲਾ ਉਹਦੇ ਹੱਥ ਦੇ ਵਿੱਚ ਦਿਓ, ਤਾਂ ਜੋ ਤੁਹਾਡੇ ਕੇਸ ਦੇ ਉੱਤੇ ਜੇ ਉਹਨੂੰ ਇੰਨੀ ਕੁ ਸਮਝ ਆ ਕਿ ਉਹ ਕੇਸ ਦੇ ਉੱਤੇ ਕਿਸ ਤਰੀਕੇ ਨਾਲ ਵਰਕਆਊਟ ਕਰਨਾ, ਕਿਹੜਾ ਕੇਸ ਕਿਵੇਂ ਰੈਡੀ ਹੋ ਕੇ ਹਾਈ ਕਮਿਸ਼ਨ ਦੇ ਵਿੱਚ ਜਾਣਾ। ਹਰ ਕੇਸ ਆਪਦੇ ਆਪ ਦੇ ਵਿੱਚ ਯੂਨੀਕ ਹੁੰਦਾ ਦੋਸਤੋ, ਕਿਸੇ ਵੀ ਕੇਸ ਨੂੰ ਆਪਾਂ ਇੱਕ ਦੂਜੇ ਨਾਲ ਰਲਾ ਨਹੀਂ ਸਕਦੇ। ਹਰ ਕੇਸ ਦੀ ਸਿਚੁਏਸ਼ਨ ਡਿਫਰੈਂਟ ਹੋ ਜਾਂਦੀ ਆ, ਉਹ ਡਿਫਰੈਂਟ ਸਿਚੁਏਸ਼ਨ ਨੂੰ ਅਸੀਂ ਸਮਝਣ ਯੋਗ
ਹੋਣੇ ਚਾਹੀਦੇ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਨਾਨ ਮੈਡੀਕਲ ਦਾ ਕਿਹੜਾ ਸਟੂਡੈਂਟ ਆਪਾਂ ਬਿਜ਼ਨਸ 'ਚ ਪਾਉਣਾ ਤੇ ਨਾਨ ਮੈਡੀਕਲ ਦਾ ਕਿਹੜਾ ਸਟੂਡੈਂਟ ਅਸੀਂ ਇੰਜੀਨੀਅਰਿੰਗ 'ਚ ਪਾਉਣਾ ਤੇ ਨਾਨ ਮੈਡੀਕਲ ਦਾ ਕਿਹੜਾ ਸਟੂਡੈਂਟ ਆ ਅਸੀਂ ਉਹਨੂੰ ਕੋਈ ਹੋਰ ਇਹੋ ਜਿਹੀ ਡਿਗਰੀ ਦੇ ਵਿੱਚ ਪਾਉਣਾ, ਚਾਹੇ ਉਹ 3 ਸਾਲ ਦੀ ਡਿਗਰੀ ਆ, ਚਾਹੇ ਉਹ 4 ਸਾਲ ਦੀ ਡਿਗਰੀ ਆ। ਕਿਉਂ ਅਸੀਂ ਦੂਸਰੇ ਬੱਚਿਆਂ ਨੂੰ 2 ਸਾਲ ਦੇ ਡਿਪਲੋਮੇ 'ਚ ਪਾਤਾ ਤੇ ਕਿਉਂ ਅਸੀਂ ਇਸੇ ਸੇਮ ਬੱਚੇ ਨੂੰ ਸੇਮ ਜਿਹਦੇ ਸੀਗੇ ਸਬਜੈਕਟਸ ਉਹਨਾਂ ਨੂੰ ਅਸੀਂ ਡਿਗਰੀ 'ਚ ਕਿਉਂ ਭੇਜਿਆ। ਇਹ ਸਾਰੀਆਂ ਚੀਜ਼ਾਂ ਦੀ ਇੱਕ ਸਮਝ ਹੋਣੀ ਤੁਹਾਡੇ ਏਜੰਟ ਨੂੰ ਬਹੁਤ ਜ਼ਰੂਰੀ ਆ। ਇਹ ਨਹੀਂ ਕਿ ਇੱਕ ਕੋਰਸ ਚੱਕ ਲਿਆ ਅਰਲੀ ਚਾਈਲਡਹੁੱਡ ਦਾ ਪਤਾ ਤਾਂ ਤੁਸੀਂ ਗ੍ਰੈਜੂਏਟ ਹੋ, ਤੁਸੀਂ ਪੋਸਟ ਗ੍ਰੈਜੂਏਟ ਹੋ, ਤੁਸੀਂ ਸਭ ਨੂੰ ਇੱਕੋ ਰੱਸੇ ਹੀ ਬੰਨ੍ਹ ਕੇ ਤੋਰੀ ਜਾਓ। ਉਹਦੇ ਨਾਲ ਫਿਰ ਨੁਕਸਾਨ ਹੁੰਦਾ। ਦੋਸਤੋ ਸਮਝਣਾ, ਕੇਸ ਨੂੰ ਪੜ੍ਹਨਾ, ਕੇਸ ਨੂੰ ਸਟੱਡੀ ਕਰਨਾ ਤੇ ਫਿਰ ਵੀਜ਼ਾ ਆਫਿਸਰ ਨੂੰ ਉਹਨੂੰ ਪ੍ਰੈਜ਼ੈਂਟ ਕਰਕੇ ਉਹਨੂੰ ਵੀਜ਼ਾ ਆਫਿਸਰ ਨੂੰ ਇਸ ਚੀਜ਼ ਲਈ ਕਨਵਿੰਸ ਕਰਨਾ ਕਿ ਜਿਹੜਾ ਤੁਹਾਡਾ ਪਰਪਸ ਆਫ ਵਿਜ਼ਿਟ ਆ ਉਹ ਪੜ੍ਹਾਈ ਆ। ਇਹ ਇੱਕ ਟੈਕਨੀਕਲ ਪੁਆਇੰਟ ਆ ਕੇਸ ਦਾ, ਇਹ ਇੱਕ ਮੇਜਰ ਪੁਆਇੰਟ ਆ ਕਿਸੇ ਵੀ ਪ੍ਰੋਫਾਈਲ ਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ। ਸੋ ਆਪਾਂ ਇਹਦੇ ਵਿੱਚ ਨਹੀਂ ਗਲਤੀ ਕਰਨੀ। ਸੋ ਦੋਸਤੋ ਹਮੇਸ਼ਾ ਜਿਹੜੀ ਆਪਦੀ ਏਜੰਟ ਦੀ ਚੋਣ ਆ ਉਹ ਸਮਝਦਾਰੀ ਨਾਲ ਕਰਨੀ ਆ। ਉਹੀ ਸਮਾਂ ਹੁੰਦਾ ਤੁਹਾਡੇ ਕੋਲੇ ਆਪਦੇ ਕੇਸ ਉੱਤੇ ਵਰਕਆਊਟ ਕਰਨ ਦਾ ਜਿੰਨਾ ਟਾਈਮ ਤੁਹਾਡਾ ਕੇਸ ਹਾਈ ਕਮਿਸ਼ਨ 'ਚ ਨਹੀਂ ਜਾਂਦਾ। ਉਦੋਂ ਬਾਅਦ ਤਾਂ ਫਿਰ ਕਵੇਲੇ ਦੀਆਂ ਟੱਕਰਾਂ ਵਾਲੀ ਗੱਲ ਹੋ ਜਾਂਦੀ ਆ। ਉਦੋਂ ਪਹਿਲਾਂ ਹੀ ਆਪਦਾ ਫੈਸਲਾ ਇਨੀਸ਼ੀਅਲ ਲੈਵਲ ਤੇ ਹੀ ਚੰਗੇ ਤਰੀਕੇ ਨਾਲ ਲਓ। ਇੰਨਾ ਕਹਿੰਦਾ ਦੋਸਤੋ ਮੈਂ ਖਿਮਾ ਦਾ ਜੱਚਕਾਂ ਜੀ, ਧੰਨਵਾਦ।